ਅਯੋਧਿਆ ਜਿੱਥੇ ਇਹਨਾਂ ਨੇ ਰਾਮ ਪ੍ਰਭੂ ਸ਼੍ਰੀ ਰਾਮ ਜੀ ਦਾ ਨਾਮ ਲੈ ਕੇ ਆਪਣੀ ਸੱਤਾ ਕਾਇਮ ਕਰੀ ਹੈ, ਉਸ ਪ੍ਰਭੂ ਸ਼੍ਰੀ ਰਾਮ ਦੀ ਅਯੋਧਿਆ ਚੋਂ ਹਾਰ ਗਏ ਆ। ਉਹ ਕੁਦਰਤ ਵੀ ਮੈਸੇਜ ਦੇ ਰਹੀ ਆ ਹੁਣ ਇਹਨਾਂ ਨੂੰ ਵੀ ਭਾਈ ਹੁਣ ਤਾਂ ਸ਼ਰਮ ਕਰ ਜਾਓ, ਕਿਉਂਕਿ ਰਾਮ ਸਿਰਫ ਹਿੰਦੂਆਂ ਦਾ ਨਹੀਂ, ਰਾਮ ਸਾਡਾ ਵੀ ਹੈ। ਇਹ ਆਪਰੇਸ਼ਨ ਕਲੀਨ ਕਰਨ ਲੱਗੇ ਸੀ ਕਿਸਾਨਾਂ ਦਾ, ਪਰ ਇਹ ਉਲਟਾ ਇਹਨਾਂ ਦੇ ਪੈ ਗਿਆ। ਕਿਸਾਨਾਂ ਦੇ ਪੁੱਤ ਨੇ, ਅੰਬਾਨੀ ਦਾ ਪੁੱਤ ਕਦੇ ਹੈ ਕਿਸੇ ਫੌਜ ਦੇ ਵਿੱਚ? ਛੱਡੋ ਅੰਬਾਨੀ ਅੰਡਾਨੀ ਨੂੰ, ਇੰਨੀ ਗੱਲ ਕਹਿ ਦੋ ਮੇਰੇ ਨਾਮ 8 ਕਿੱਲੇ ਆਉਂਦੇ ਆ, ਮੈਂ 4 ਕਿੱਲੇ ਅੰਬਾਨੀ ਦੇ ਨਾਮ ਲਾਉਂਗਾ, 4 ਲਾਉਂਗਾ ਅੰਡਾਨੀ ਦੇ। ਦੋਨੋਂ ਆਪਣੇ ਆਪਣੇ ਮੁੰਡੇ ਨੂੰ ਇੱਕ ਵਾਰੀ ਫੌਜ ਦੀ ਨੌਕਰੀ ਛੱਡ ਦੋ, ਫੌਜ ਦੀ ਟ੍ਰੇਨਿੰਗ ਕਰਾਉਣ। ਤੈਨੂੰ ਸੱਤਾ ਦੀ ਮੰਜ਼ਲ ਤੇ ਬਿਠਾ ਕੇ ਜਨਤਾ ਵਿਚਾਰੀ ਆ ਅੱਜ ਆਪ ਰਾਹ ਮੰਗਦੀ ਏ। ਮੈਂ ਸੁਣਿਆ ਸ਼ਮਸ਼ਾਨ 'ਚ ਲੱਕੜਾਂ ਮੁੱਕ ਗਈਆਂ, ਚਿਖਾ ਜਲਾਉਣ ਲਈ ਅੱਜ ਘਾਹ ਮੰਗਦੀ ਏ। ਰੋਟੀ ਕੱਪੜਾ ਮਕਾਨ ਤਾਂ ਅਸੀਂ ਆਪੇ ਕਰ ਲਾਂਗੇ, ਓਏ ਸਰਕਾਰੇ ਜਨਤਾ ਤੇਥੋਂ ਬਸ ਅੱਜ ਸਾਹ ਮੰਗਦੀ ਏ। NGOs ਨੇ ਦਿੱਤਾ, ਮੈਂ ਆਪ 40 ਦਿਨ ਲੰਗਰ ਦੀ ਸੇਵਾ ਕੀਤੀ ਹੈ। ਸਾਨੂੰ ਸਰਕਾਰ ਵੱਲੋਂ ਜਿਹੜੇ ਚੌਲ ਆਏ ਸੀ ਨਾ, ਉਹ ਕਬੂਤਰਾਂ ਨੂੰ ਪਾਉਣ ਜੋਗੇ ਵੀ ਨਹੀਂ ਸੀ। ਕਰੋਨਾ ਨਾਲ ਮਰਨ ਦੇ ਚਾਂਸ ਤਾਂ 2% ਹੈ, ਪਰ ਭੁੱਖਮਰੀ ਨਾਲ ਮਰਨ ਦੇ ਪਰਸੈਂਟੇਜ 100% ਹੈ। ਨਾ BJP ਵਾਲਿਓ, ਮੋਦੀ ਨੇ ਤੁਹਾਡੀ ਪਾਰਟੀ ਵੀ ਖਤਮ ਕਰਤੀ, ਤੁਸੀਂ ਉਹ ਰਲ ਕੇ ਹਮਲਾ ਮਾਰ ਲਓ। ਹੁਣ ਅਸੀਂ ਤਾਂ ਵਿਰੋਧ 'ਚ ਖੜੇ ਹਾਂ, ਤੁਸੀਂ ਹੁਣ ਵਿਰੋਧ 'ਚ ਹੋ ਜਾਓ। ਤੁਹਾਡੀ ਪਾਰਟੀ ਖਤਮ ਕਰਤੀ, ਖਤਮ ਕਰ ਦੇਣੀ ਇਹਨੇ ਆਉਣ ਵਾਲੇ ਸਮੇਂ ਦੇ ਵਿੱਚ। ਕਿ ਚੌਂਕੀਦਾਰ ਹੀ ਚੋਰ ਹੈ, ਗਲੀ ਗਲੀ ਮੇਂ ਸ਼ੋਰ ਹੈ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਕੁਲਵਿੰਦਰ ਸਿੰਘ ਇੱਕ ਵਾਰ ਫਿਰ ਤੋਂ ਹਾਜ਼ਰ ਹੋਇਆ ਇਸ ਵੇਲੇ ਤੇ ਕੁਝ ਖਾਸ ਅਪਡੇਟ ਲੈ ਕੇ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ। ਦੋਸਤੋ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਜਿੱਥੇ ਕੁਝ ਖਾਸ ਕੁਝ ਵੱਡੇ ਅਪਡੇਟ ਸਾਹਮਣੇ ਆਏ ਨੇ, ਉੱਥੇ ਕੁਝ ਹੈਰਾਨੀਜਨਕ ਖਬਰਾਂ ਵੀ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਸ਼ਾਮਲ ਨੇ। ਤੇ ਇੱਕ ਅਪਡੇਟ ਅਜਿਹਾ ਵੀ ਹੈ ਜਿਹਨੂੰ ਦੇਖ ਕੇ ਸੁਣ ਕੇ ਹਰ ਇੱਕ ਦਾ ਖੂਨ ਖੌਲ ਉੱਠਿਆ ਕਿ ਕਿਸ ਤਰ੍ਹਾਂ ਦੀ ਸਾਜ਼ਿਸ਼ ਸਾਹਮਣੇ ਆਈ ਹੈ ਕਿਸਾਨੀ ਸੰਘਰਸ਼ ਦੇ ਵਿੱਚ। ਸੋ ਸਾਰੇ ਦੋਸਤਾਂ ਨੂੰ ਰਿਕੁਐਸਟ ਹੈ ਕਿ ਵੀਡੀਓ ਦੇ ਨਾਲ ਅਖੀਰ ਤੱਕ ਜੁੜੇ ਰਹਿਣਾ ਤੇ ਬਿਨਾਂ ਤੁਹਾਡਾ ਜ਼ਿਆਦਾ ਸਮਾਂ ਲਈ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੇ ਅਪਡੇਟਸ ਦੀ ਲੜੀ ਨੂੰ। ਸਭ ਤੋਂ ਪਹਿਲਾਂ ਤੁਹਾਨੂੰ ਲੈ ਚੱਲਦੇ ਹਾਂ ਦੀਪ ਸਿੱਧੂ ਦੇ ਖਾਸ ਦੋਸਤ ਅਤੇ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਆਗੂ ਪਰਵਾਨਾ ਜੀ ਦੀ ਵੀਡੀਓ ਵੱਲ, ਅਤੇ ਦੇਖਦੇ ਹਾਂ ਕਿ ਉਹਨਾਂ ਨੇ ਆਪਣੀ ਇਸ ਵੀਡੀਓ ਦੇ ਵਿੱਚ ਕਿਹੜੇ ਵੱਡੇ ਖੁਲਾਸੇ ਕੀਤੇ ਨੇ, ਕੀ ਅਪੀਲ ਕੀਤੀ ਹੈ। ਸੋ ਆਓ ਪਹਿਲਾਂ ਝਲਕ ਮਾਰੋ ਇਸ ਵੀਡੀਓ ਤੇ ਨਾਲ ਹੀ ਵੀਡੀਓ ਦੇ ਨਾਲ ਤੁਸੀਂ ਅਖੀਰ ਤੱਕ ਜ਼ਰੂਰ ਜੁੜੇ ਰਹਿਣਾ, ਕਿਉਂਕਿ ਅੱਗੇ ਤੁਹਾਡੇ ਲਈ ਹੋਰ ਵੀ ਕੁਝ ਖਾਸ ਕੁਝ ਵੱਡੇ ਅਪਡੇਟ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਮੇਰੀ ਜਿਹੜੀ ਇਹ ਗੱਲ, ਇਹਦਾ ਜਵਾਬ ਜਿਹੜਾ ਤੁਸੀਂ ਕਿਰਪਾ ਕਰਕੇ ਦਲੀਲ ਨਾਲ ਆਪਾਂ ਦੇਣਾ। ਇਸ ਵੀਡੀਓ ਦਾ ਮਕਸਦ ਕਿਸੇ ਵੀਰ ਭਰਾ ਤੇ ਕਿਸੇ ਕਿਸਾਨ ਜਥੇਬੰਦੀ ਤੇ ਕੋਈ ਕਟਾਕਸ਼ ਕਰਨਾ ਜਾਂ ਕਿੰਤੂ ਪਰੰਤੂ ਨਹੀਂ ਹੈ। ਪਰ ਜਦੋਂ 10 ਮਈ ਹੁਣ ਆ ਰਹੀ ਹੈ ਤੇ 10 ਮਈ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਐਲਾਨ ਕੀਤਾ ਗਿਆ ਸੀ ਕਿ ਅਸੀਂ ਸੰਸਦ ਨੂੰ ਘੇਰਾਂਗੇ, ਸੰਸਦ ਮਾਰਚ ਕੀਤਾ ਜਾਏਗਾ। ਪਰ ਕੁਝ ਸਮਾਂ ਪਹਿਲਾਂ ਉਹਨਾਂ ਵੱਲੋਂ ਸੰਸਦ ਮਾਰਚ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਤੇ ਇਸ ਕਰਕੇ ਰੱਦ ਕਰ ਦਿੱਤਾ ਜਾਂਦਾ ਹੈ ਕਿ ਦਿੱਲੀ ਦੇ ਵਿੱਚ ਜਿਹੜੇ ਹਾਲਾਤ ਨੇ ਕਰੋਨਾ ਦੇ ਬਹੁਤ ਜ਼ਿਆਦਾ ਬੁਰੇ ਨੇ, ਜਿਸ ਕਰਕੇ ਅਸੀਂ ਸੰਸਦ ਮਾਰਚ ਨਹੀਂ ਕਰਾਂਗੇ ਜਾਂ ਸੰਸਦ ਨੂੰ ਘਰਾਵ ਜਿਹੜਾ ਉਹ ਨਹੀਂ ਕਰਾਂਗੇ, ਕਿਉਂਕਿ ਦਿੱਲੀ ਦੇ ਹਾਲਾਤ ਜਿਹੜੇ ਨੇ ਉਹ ਬਹੁਤ ਗ੍ਰਾਫ ਜਿਹੜਾ ਡਾਊਨ ਆਇਆ ਪਿਆ ਕਰੋਨਾ ਕਰਕੇ, ਮਹਾਮਾਰੀ ਕਰਕੇ ਖਤਰਾ ਹੈ। ਸੋ ਹੁਣ ਉਹੀ ਕਿਸਾਨ ਜਥੇਬੰਦੀਆਂ, ਜਦੋਂ ਸੈਂਟਰ ਨਾਲ ਮੱਥਾ ਲੱਗਣਾ ਸੀ ਤਾਂ ਅਸੀਂ ਪਿੱਛੇ ਹੋ ਗਏ ਸੀ, ਵਿੱਚੇ ਹੋਵਾਂਗੇ ਅਸੀਂ ਵੀ ਨਾਲ ਹੀ ਹਾਂ। ਪਰ ਜਦੋਂ ਪੰਜਾਬ ਸਰਕਾਰ ਨੇ ਹੁਣ ਇੱਥੇ ਇਹ ਗੱਲ ਕਹੀ ਆ ਵੀ ਕਿਸਾਨ ਦੇ ਜੇ ਦੁਕਾਨ ਜਿਹੜੀਆਂ ਨੇ ਦੁਕਾਨਾਂ ਬੰਦ ਕੀਤੀਆਂ ਜਾਣ, ਤੇ ਕਿਸਾਨ ਜਥੇਬੰਦੀਆਂ ਨੇ ਤਾਂ ਡਟਵਾਂ ਵਿਰੋਧ ਕੀਤਾ ਵੀ ਅਸੀਂ ਕਿਸਾਨ ਜਥੇਬੰਦੀਆਂ ਪੰਜਾਬ 'ਚ ਆ ਕੇ ਅਸੀਂ ਦੁਕਾਨਾਂ ਖਿਲਾਵਾਂਗੇ, ਜਿਹਨੇ ਰੋਕਣਾ ਰੋਕ ਕੇ ਵਿਖਾਵੇ। ਸੋ ਹੁਣ ਵੀ ਤਾਂ ਦੁਕਾਨਾਂ ਜਿਹੜੀਆਂ ਨੇ ਉਹ ਕਰੋਨਾ ਕਰਕੇ ਹੀ ਬੰਦ ਕੀਤੀਆਂ ਗਈਆਂ ਨੇ, ਬਾਜ਼ਾਰ ਕਰੋਨਾ ਕਰਕੇ ਬੰਦ ਕੀਤੇ ਗਏ ਨੇ। ਜਦ ਕਿ ਮੈਂ ਵੀ ਇਸ ਗੱਲ ਦੀ ਪ੍ਰੋੜਤਾ ਕਰਦਾ ਵੀ ਨਹੀਂ ਬੰਦ ਹੋਣੇ ਚਾਹੀਦੇ। ਜੇ ਠੇਕੇ ਖੁੱਲ੍ਹੇ ਨੇ, ਹੋਰ ਕੁਝ ਖੁੱਲ੍ਹਾ ਬੜਾ ਕੁਝ, ਤਾਂ ਦੁਕਾਨਦਾਰਾਂ ਨੂੰ ਕੀ ਦਿੱਕਤ ਹੈ। ਪਰ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਇਸ ਗੱਲ ਦਾ ਜਵਾਬ ਜ਼ਰੂਰ ਦੇਣ ਮੇਰੇ ਵੀਰ ਭਰਾ। ਦਿੱਲੀ ਦੇ ਵਿੱਚ ਕਰੋਨਾ ਸੀ ਤੇ ਸੰਸਦ ਮਾਰਚ ਕੈਂਸਲ ਕਰਤਾ, ਕਿਉਂਕਿ ਉੱਥੇ ਆਪਣੀ ਲੱਤਾਂ ਤੇ ਭਾਰ ਸੀ। ਦਿੱਲੀ ਦੇ ਨਾਲ ਮੱਥਾ ਨਹੀਂ ਲਾਇਆ। ਹੁਣ ਸੈਂਟਰ ਪੰਜਾਬ ਸਰਕਾਰ ਵਿੱਚ ਆ ਕੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਦੁਕਾਨਾਂ ਜਿਹੜੀਆਂ ਨੇ ਉਹ ਖਲਵਾਈਏ। ਇੱਥੇ ਕੋਈ ਕਰੋਨਾ ਨਹੀਂ, ਕਰੋਨਾ ਦਾ ਡਰਾਮਾ ਹੈ, ਕਰੋਨਾ ਦਾ ਰੋਲਾ ਹੈ, ਅਸੀਂ ਇਹਦੇ ਨਾਲ ਲੜਾਂਗੇ, ਅਸੀਂ ਅੜਾਂਗੇ। ਇਹ ਕਿਹੜੀ ਪੋਲੀਟੀਕਲ ਸਿਸਟਮ ਹੈ, ਕਿਹੜਾ ਇਹ ਪੋਲੀਟਿਕਸ ਦਾ ਲੈਵਲ ਚੱਕਰ ਚੱਲ ਰਿਹਾ। ਸਾਡੇ ਤੇ ਬੜੇ ਤੁਸੀਂ ਜਿਹੜੇ ਨੇ ਤਮਗੇ ਸਾਡੇ ਗਲ ਵਿੱਚ ਤੁਸੀਂ ਪਾਏ ਹੋਏ ਨੇ, ਕੋਈ ਪਰੇਸ਼ਾਨੀ ਨਹੀਂ। ਪਰ ਇੱਕ ਦਿਨ ਜ਼ਰੂਰ ਅਸੀਂ ਤੁਹਾਨੂੰ ਅੱਜ ਵੀ ਕਹਿੰਦੇ ਹਾਂ, ਤੁਹਾਨੂੰ ਨਜ਼ਰ ਆਏਗਾ ਵੀ ਅਸੀਂ ਜੋ ਗੱਲਾਂ ਕਰਦੇ ਸੀ, ਜੋ ਕਹਿੰਦੇ ਸੀ ਉਹ ਸੱਚ ਸੀ ਜਾਂ ਹੈ, ਉਹ ਤੁਹਾਡੇ ਸਾਹਮਣੇ ਆਏਗਾ। ਪਰ ਇਹਦਾ ਜਵਾਬ ਜ਼ਰੂਰ ਮੰਗਿਓ ਵੀ ਦਿੱਲੀ ਜਾਣ ਵੇਲੇ ਕਰੋਨਾ
ਤੇ ਪੰਜਾਬ ਦੇ ਵਿੱਚ ਕਰੋਨਾ ਨਹੀਂ ਹੈ ਕਿਸਾਨ ਜਥੇਬੰਦੀਆਂ ਵਾਸਤੇ। ਸੋ ਦੋਸਤੋ, ਪਰਵਾਨਾ ਜੀ ਨੇ ਆਪਣੀ ਵੀਡੀਓ ਦੇ ਵਿੱਚ ਜੋ ਵੀ ਅਪੀਲ ਕੀਤੀ ਹੈ, ਜੋ ਵੀ ਗੱਲਾਂ ਬਾਤਾਂ ਕੀਤੀਆਂ ਨੇ, ਉਸ ਬਾਰੇ ਤੁਹਾਡੀ ਕੀ ਰਾਏ ਹੈ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਨੇ ਨਾ ਭੁੱਲਣਾ। ਤੇ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਿਸਾਨੀ ਸੰਘਰਸ਼ ਜਦੋਂ ਦਾ ਦਿੱਲੀ ਦੇ ਬਾਰਡਰਾਂ ਤੇ ਚੱਲ ਰਿਹਾ, ਕਾਲੇ 3 ਕਾਨੂੰਨ ਵਾਪਸ ਕਰਵਾਉਣ ਦੇ ਲਈ ਉੱਥੇ ਹੀ ਸਰਕਾਰਾਂ ਦੇ ਕੋਈ ਨਾ ਕੋਈ ਅਜਿਹੇ ਕਦਮ ਸਾਹਮਣੇ ਆਉਂਦੇ ਰਹਿੰਦੇ ਨੇ ਜਿੱਥੇ ਕਿ ਉਹ ਕਿਸਾਨੀ ਸੰਘਰਸ਼ ਨੂੰ ਦਬਾਉਣ ਦੇ ਲਈ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ ਤੇ ਚਾਲਾਂ ਚੱਲਦੇ ਰਹਿੰਦੇ ਨੇ। ਪਰ ਦੋਸਤੋ, ਹੁਣ ਇੱਕ ਅਜਿਹੀ ਅਪਡੇਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਵੱਡੀ ਸਾਜ਼ਿਸ਼ ਦਾ ਖੁਲਾਸਾ ਹੋਇਆ ਹੈ, ਜਿਸ ਦੇ ਵਿੱਚ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਰਿਆਣੇ ਦੇ ਕਬੀਰ ਨੇ ਸਾਹਮਣੇ ਆ ਕੇ ਕੁਝ ਵੱਡੇ ਹੈਰਾਨੀਜਨਕ ਖੁਲਾਸੇ ਕਰ ਦਿੱਤੇ ਨੇ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਔਰ ਤੁਸੀਂ ਵੀ ਝਲਕ ਮਾਰੋ ਇਸ ਵੀਡੀਓ ਤੇ ਕਿ ਕਿਸ ਤਰ੍ਹਾਂ ਦੀਆਂ ਚਾਲਾਂ, ਕਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਹੁਣ ਕਿਸਾਨੀ ਸੰਘਰਸ਼ ਦੇ ਵਿੱਚ ਹੋ ਰਹੀਆਂ ਨੇ। आप सबको राम राम, नमस्कार, सत श्री अकाल। साथियों, जैसा कि आप सबको पता चल गया कि किसान आंदोलन में आज एक FIR दर्ज हुई और जिसमें मेरा नाम भी शामिल है। इसमें ये लिखा गया कि रेप का दोषी और तमाम तरह की अलग संगीन धाराओं के तहत इन 6 लोगों के खिलाफ मामला दर्ज हुआ है। साथियों, ये बहुत बड़ी साजिश है किसान आंदोलन को खराब करने की। इसी के संदर्भ में पिछले 6 तारीख को मीटिंग हुई थी, पंचायत हुई थी टिकरी बॉर्डर के ऊपर, जो लगातार 8.5 घंटे चली और उस पंचायत में निकल के आया था जिसमें सभी जो बंगाल हम लोग गए थे वो सब शामिल थे। और पंचायतियों में विशेष रूप से धुवन खाप से फुलकुआर मास्टर पेटवाड़ जी शामिल थे, जोगेंद्र नयन घासीराम शामिल थे, जोगेंद्र तालू शामिल थे, मीतमान जैसो से शामिल थे, इंद्रजीत सांगवान शामिल थे और बारूराम शामिल थे। इसमें सब चीजें ये चीज निकल के आई थी कि उसके साथ लड़की के साथ छेड़खानी हुई थी और वो भी ट्रेन में हुई थी और लड़की ने बताई थी, लेकिन रेप जैसी कोई घटना नहीं हुई। और जो आज चीजें फैलाई जा रही, हम इस बात के बिल्कुल पक्ष में है, जिसने जो भी गलत किया उसको उसकी सजा मिलनी चाहिए। और इसी वजह से हमने अनिल मलिक को संगठन से बाहर कर दिया था और आज भी हम ये बोल रहे हैं जो दोषी है उसको सजा मिले। लेकिन रेप जैसी जो चीजें फैलाई जा रही है किसान आंदोलन को कमजोर करने के लिए, वो बिल्कुल गलत है। और जिस दिन लड़की ने शिकायत की थी उसी अगले दिन वो लड़की अनिल मलिक के साथ सिगरेट पी रही थी और उनके साथ घूम रही थी। हमने उसको समझाया था कि आप शिकायत भी कर रही हैं और इसी के साथ घूम रही। तब से वो लड़की को हमने, कविता नाम की लड़की जिसका FIR में भी नाम शामिल है, उसके पास उसको छोड़ दिया था। क्यों आज इसमें जब मैंने पढ़ा, रिपोर्ट आई हुई है, इसमें लिखा हुआ कि अनूप सिंह चानोद पिछले 30 तारीख से ही जब लड़की की मृत्यु हुई थी उसी दिन से टिकरी बॉर्डर से गायब है। मैं इसमें आपको बता देता हूँ, 29 तारीख को सुबह भी आए थे और फिर शाम को मीटिंग हुई थी। हरियाणा के जो बुजुर्ग किसान हैं वो मेरे पास आए थे और उसके बाद शाम को पिलर नंबर 764 पे मीटिंग भी हुई थी, जिसमें हमारे बुजुर्ग किसानों के साथ हमारे युवा साथी मनदीप मलिक भी शामिल थे और मोहित इक्कस भाई भी शामिल थे। इसमें यही फैसला हुआ था, बेटा आप थोड़ा इधर उधर हो जाओ क्योंकि मामला अभी गर्म है। आप मानते हैं कि आपने, चलो इसमें कोई कसूर नहीं है, लेकिन हो सकता है सामाजिक तत्व मामला ऐसा है कि आपके ऊपर हमला कर दे, इसलिए आप बॉर्डर के ऊपर ही रहो, लेकिन इस झोपड़ी में मत रहो जो पिलर नंबर 755 पे। तो मैं उस टाइम से 30 तारीख के बाद मैं 3-4 दिन से मेरे को बुखार आ रहा था, तो उसके अगले दिन मैंने टेस्ट भी करवाया 30 तारीख को, कोविड का टेस्ट करवाया जिसकी रिपोर्ट पॉजिटिव आई। और 6 तारीख को फिर वहां जो पंचायत हुई थी टिकरी बॉर्डर पे, उसमें मैं शामिल था। सभी चीजें निकल के सामने आ गई थी और आज एक बार फिर अभी FIR के बारे में जो लिखा वो पढ़ रहा था मैं। ना मैं किसान आंदोलन से पहले भागा था, अभी मैं किसान आंदोलन में हूँ, अभी मैं टिकरी बॉर्डर के ऊपर मौजूद हूँ। बहुत सारे लोग अफवाह फैला रहे हैं, गलत चीजें फैला रहे हैं और जब तक ये आंदोलन, ये जंग नहीं जीतेंगे तब तक हम घर नहीं जाएंगे। ये बात पे स्टैंड क्लियर है। और दूसरा, इस मामले में अगर बहन मौमिता की अगर कोई भी वीडियो है, कोई भी अगर वो बोल दे, कोई भी बयान है जिसमें मेरे खिलाफ अगर मैंने लड़की को हाथ भी लगाया हो, गलत भी बोला हो, तो भी मुझे कड़ी से कड़ी सजा मिलनी चाहिए। और किसान आंदोलन में अगर मेरी वजह से आज पहुंचे और मेरा कहीं भी कसूर मिलता है तो आप सब किसान मिलके मुझे जूते चप्पलों से पीटा जाए और सरेआम चौक पे खड़ा करके मुझे तड़पा तड़पा के मारा जाए। ये मैं आपसे निवेदन करता हूँ अगर इसमें मेरा कसूर निकले तो। लेकिन अगर मैं बेकसूर हूँ और अगर मैं सच्चाई के रास्ते पे हूँ तो आप सब साथियों का, किसानी जो आंदोलन को बचाने के लिए आप सबका मुझे साथ चाहिए।
बहुत सारे साथियों के मैसेज भी मिल रहे जिनको सच्चाई का पहले ही पता है, जो पंचायत में भी शामिल थे, कि उसमें मेरा कोई कसूर नहीं। वो सब साथी बोले हम आपके साथ हैं, सच्चाई की जीत होगी। मैं आप सबसे एक बार फिर निवेदन कर रहा हूं साथियों, किसान आंदोलन को बचाने के लिए जो सरकार जितना भी प्रयास कर रही है उसके खिलाफ हम सबको खड़ा होना पड़ेगा, एकजुटता से इस जंग को लड़ना पड़ेगा। और जो भी गलत करे, जिसने भी कुछ गलत किया है उसको उसकी सजा मिलनी चाहिए। मैं इस बात का पक्षधर हूं। धन्यवाद। ਸੋ ਦੋਸਤੋ, ਤੁਹਾਨੂੰ ਕੀ ਲੱਗਦਾ ਇਸ ਸਾਰੇ ਮਸਲੇ ਬਾਰੇ? ਆਪਣੀ ਰਾਏ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਸਾਂਝੀ ਕਰਕੇ ਜਾਇਓ। ਤੇ ਹੁਣ ਤੁਹਾਨੂੰ ਲੈ ਚੱਲਦੇ ਇੱਕ ਹੋਰ ਨੌਜਵਾਨ ਦੀ ਵੀਡੀਓ ਵੱਲ, ਜਿਸ ਨੇ ਕਿ ਜਿੱਥੇ ਮੋਦੀ ਸਰਕਾਰ ਦੀ ਚੰਗੀ ਤਰ੍ਹਾਂ ਲਾਪਾ ਕੀਤੀ, ਉੱਥੇ ਕੁਝ ਹੋਰ ਵੀ ਖਾਸ ਗੱਲਾਂ ਬਾਤਾਂ ਕੀਤੀਆਂ। ਅਯੋਧਿਆ ਜਿੱਥੇ ਇਹਨਾਂ ਨੇ ਰਾਮ ਪ੍ਰਭੂ ਸ਼੍ਰੀ ਰਾਮ ਜੀ ਦਾ ਨਾਮ ਲੈ ਕੇ ਆਪਣੀ ਸੱਤਾ ਕਾਇਮ ਕਰੀ ਹੈ, ਉਸ ਪ੍ਰਭੂ ਸ਼੍ਰੀ ਰਾਮ ਦੀ ਅਯੋਧਿਆ ਚੋਂ ਹਾਰ ਗਏ ਆ। ਉਹ ਕੁਦਰਤ ਵੀ ਮੈਸੇਜ ਦੇ ਰਹੀ ਆ ਹੁਣ ਇਹਨਾਂ ਨੂੰ ਵੀ ਭਾਈ ਹੁਣ ਤਾਂ ਸ਼ਰਮ ਕਰ ਜਾਓ, ਕਿਉਂਕਿ ਰਾਮ ਸਿਰਫ ਹਿੰਦੂਆਂ ਦਾ ਨਹੀਂ, ਰਾਮ ਸਾਡਾ ਵੀ ਆ। ਇਹ ਆਪਰੇਸ਼ਨ ਕਲੀਨ ਕਰਨ ਲੱਗੇ ਸੀ ਕਿਸਾਨਾਂ ਦਾ, ਪਰ ਇਹ ਉਲਟਾ ਇਹਨਾਂ ਦੇ ਪੈ ਗਿਆ। ਕਿਸਾਨਾਂ ਦੇ ਪੁੱਤ ਨੇ, ਅੰਬਾਨੀ ਦਾ ਪੁੱਤ ਕਦੇ ਹੈ ਕਿਸੇ ਫੌਜ ਦੇ ਵਿੱਚ? ਛੱਡੋ ਅੰਬਾਨੀ ਅੰਡਾਨੀ ਨੂੰ, ਇੰਨੀ ਗੱਲ ਕਹਿ ਦਿਓ ਮੇਰੇ ਨਾਮ 8 ਕਿੱਲੇ ਆਉਂਦੇ ਆ, ਮੈਂ 4 ਕਿੱਲੇ ਅੰਬਾਨੀ ਦੇ ਨਾਮ ਲਾਉਂਗਾ, 4 ਲਾਉਂਗਾ ਅੰਡਾਨੀ ਦੇ। ਦੋਨੋਂ ਆਪਣੇ ਆਪਣੇ ਮੁੰਡੇ ਨੂੰ ਇੱਕ ਵਾਰੀ ਫੌਜ ਦੀ ਨੌਕਰੀ ਛੱਡ ਦਿਓ, ਫੌਜ ਦੀ ਟ੍ਰੇਨਿੰਗ ਕਰਾਉਣ। ਤੈਨੂੰ ਸੱਤਾ ਦੀ ਮੰਜ਼ਲ ਤੇ ਬਿਠਾ ਕੇ ਜਨਤਾ ਵਿਚਾਰੀ ਅੱਜ ਆਪ ਰਾਹ ਮੰਗਦੀ ਏ। ਮੈਂ ਸੁਣਿਆ ਸ਼ਮਸ਼ਾਨ 'ਚ ਲੱਕੜਾਂ ਮੁੱਕ ਗਈਆਂ, ਚਿਖਾ ਜਲਾਉਣ ਲਈ ਅੱਜ ਘਾਹ ਮੰਗਦੀ ਏ। ਰੋਟੀ ਕੱਪੜਾ ਮਕਾਨ ਤਾਂ ਅਸੀਂ ਆਪੇ ਕਰ ਲਾਂਗੇ, ਓਏ ਸਰਕਾਰੇ ਜਨਤਾ ਤੇਥੋਂ ਬਸ ਅੱਜ ਸਾਹ ਮੰਗਦੀ ਏ। NGOs ਨੇ ਦਿੱਤਾ, ਮੈਂ ਆਪ 40 ਦਿਨ ਲੰਗਰ ਦੀ ਸੇਵਾ ਕੀਤੀ ਹੈ। ਸਾਨੂੰ ਸਰਕਾਰ ਵੱਲੋਂ ਜਿਹੜੇ ਚੌਲ ਆਏ ਸੀ ਨਾ, ਉਹ ਕਬੂਤਰਾਂ ਨੂੰ ਪਾਉਣ ਜੋਗੇ ਵੀ ਨਹੀਂ ਸੀ। ਕਰੋਨਾ ਨਾਲ ਮਰਨ ਦੇ ਚਾਂਸ ਤਾਂ 2% ਹੈ, ਪਰ ਭੁੱਖਮਰੀ ਨਾਲ ਮਰਨ ਦੇ ਪਰਸੈਂਟੇਜ 100% ਹੈ। ਨਾ ਬੀਜੇਪੀ ਵਾਲਿਓ, ਮੋਦੀ ਨੇ ਤੁਹਾਡੀ ਪਾਰਟੀ ਵੀ ਖਤਮ ਕਰਤੀ, ਤੁਸੀਂ ਉਹ ਰਲ ਕੇ ਹਮਲਾ ਮਾਰ ਲਓ। ਹੁਣ ਅਸੀਂ ਤਾਂ ਵਿਰੋਧ 'ਚ ਖੜੇ ਹਾਂ, ਤੁਸੀਂ ਹੁਣ ਵਿਰੋਧ 'ਚ ਹੋ ਜਾਓ। ਤੁਹਾਡੀ ਪਾਰਟੀ ਖਤਮ ਕਰਤੀ, ਖਤਮ ਕਰ ਦੇਣੀ ਇਹਨੇ ਆਉਣ ਵਾਲੇ ਸਮੇਂ ਦੇ ਵਿੱਚ। ਕਿ ਚੌਂਕੀਦਾਰ ਹੀ ਚੋਰ ਹੈ, ਗਲੀ ਗਲੀ ਮੇਂ ਸ਼ੋਰ ਹੈ। ਅਸੀਂ ਲਾਸਟ ਟਾਈਮ ਆਏ ਸੀ, ਤੁਹਾਡੇ ਨਾਲ ਗੱਲ ਕੀਤੀ, ਇਲੈਕਸ਼ਨਸ ਦੀ ਗੱਲ ਹੋਈ ਸੀ ਉਸ ਦਿਨ ਸਾਡੀ। ਹੁਣ ਬੰਗਾਲ 'ਚ ਇਲੈਕਸ਼ਨਸ ਦਾ ਰਿਜ਼ਲਟ ਆ ਗਿਆ ਹੈ, ਹੁਣ ਕਿਵੇਂ ਚੀਜ਼ ਨੂੰ ਅੱਗੇ ਦੇਖ ਰਹੇ ਹੋ? ਨਹੀਂ ਦੇਖੋ, ਬਾਲ ਇਹ ਮੈਚ ਚੱਲ ਰਿਹਾ, ਸੋ 26 ਜਨਵਰੀ ਤੋਂ ਬਾਅਦ ਜਿਹੜੀ ਬਾਲ ਸੀ ਉਹ ਸਰਕਾਰ ਦੇ ਪਾਲੇ 'ਚ ਸੀ, ਪਰ ਇਹ ਜਿਹੜਾ ਰਿਜ਼ਲਟ ਆਇਆ ਇਕੱਲੇ ਬੰਗਾਲ ਦਾ ਹੀ ਨਹੀਂ, ਬਾਕੀ ਪਾਸੇ ਵੀ ਦੇਖੀਏ ਤਾਂ ਵੋਟ ਸ਼ੇਅਰ ਸਾਰੇ ਪਾਸੇ ਹੀ ਘਟਿਆ। ਯੂਪੀ ਦੇ ਵਿੱਚ ਜਿਹੜੇ ਪੰਚਾਇਤੀ ਚੋਣਾਂ ਹੋਈਆਂ ਉੱਥੇ ਬੀਜੇਪੀ ਸਾਰੇ ਪਾਸੇ ਹਾਰੀ ਆ। ਈਵਨ ਕਿ ਵਾਰਾਣਸੀ ਜਿੱਥੋਂ ਨਰਿੰਦਰ ਮੋਦੀ ਆਪ MP ਬਣ ਕੇ ਆਏ ਆ, ਜਿੱਥੋਂ ਉੱਥੋਂ ਹਾਰ ਗਏ ਆ, ਹਨਾ। ਅਯੋਧਿਆ ਜਿੱਥੇ ਇਹਨਾਂ ਨੇ ਪ੍ਰਭੂ ਸ਼੍ਰੀ ਰਾਮ ਜੀ ਦਾ ਨਾਮ ਲੈ ਕੇ ਆਪਣੀ ਸੱਤਾ ਕਾਇਮ ਕਰੀ ਆ, ਉਸ ਪ੍ਰਭੂ ਸ਼੍ਰੀ ਰਾਮ ਦੀ ਅਯੋਧਿਆ ਚੋਂ ਹਾਰ ਗਏ ਆ। ਉਹ ਕੁਦਰਤ ਵੀ ਮੈਸੇਜ ਦੇ ਰਹੀ ਆ ਹੁਣ ਇਹਨਾਂ ਨੂੰ, ਭਾਈ ਹੁਣ ਤਾਂ ਸ਼ਰਮ ਕਰ ਜਾਓ, ਕਿਉਂਕਿ ਰਾਮ ਸਿਰਫ ਹਿੰਦੂਆਂ ਦਾ ਨਹੀਂ, ਰਾਮ ਸਾਡਾ ਵੀ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮ ਸ਼ਬਦ ਕਿੰਨੀ ਵਾਰੀ ਆਉਂਦਾ। ਇਹਨਾਂ ਨੇ ਇਹ ਧਰਮ ਦੇ ਠੇਕੇਦਾਰ ਬਣ ਕੇ ਬਹਿ ਗਏ। ਇਹਨਾਂ ਨੇ ਕਦੇ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਬਣਾ ਲਿਆ, ਕਦੇ ਰਾਮ ਨੂੰ ਬਣਾ ਲਿਆ, ਕਦੇ ਈਸੂ ਮਸੀਹ ਨੂੰ ਬਣਾ ਲਿਆ, ਕਦੇ ਅੱਲਾ ਨੂੰ ਬਣਾ ਲਿਆ। ਇਹ ਸਭ ਲੋਕ ਜਿਹੜੇ ਨੇ, ਇਹ ਜਿਹੜੇ ਧਾਰਮਿਕ ਆਗੂ ਨੇ ਜਾਂ ਧਾਰਮਿਕ ਸ਼ਖਸੀਅਤਾਂ ਨੇ, ਸਭ ਦੇ ਸਾਂਝੀਆਂ ਨੇ। ਸੋ ਹੁਣ ਤਾਂ ਰਿਜ਼ਲਟ ਜਿਹੜੇ ਆ ਲੋਕਾਂ ਦਾ ਫਤਵਾ ਤੇ ਪ੍ਰਮਾਤਮਾ ਦਾ ਫਤਵਾ ਵੀ ਦੋਨਾਂ ਇਹਨਾਂ ਦੇ ਵਿਰੁੱਧ ਆ ਰਿਹਾ। ਹੁਣ ਇਹਨਾਂ ਨੂੰ ਸਮਝਣ ਜਾਣਾ ਚਾਹੀਦਾ ਵੀ ਇਹ ਆਪਰੇਸ਼ਨ ਕਲੀਨ ਕਰਨ ਤਾਂ ਲੱਗੇ ਸੀ ਕਿਸਾਨਾਂ ਦਾ, ਪਰ ਇਹ ਉਲਟਾ ਇਹਨਾਂ ਦੇ ਪੈ ਗਿਆ। ਨਹੀਂ ਦੇਖੋ, ਕਿੱਥੇ ਪਾਸ ਹੋਈ ਆ ਸਰਕਾਰ? ਸਭ ਤੋਂ ਪਹਿਲਾਂ ਨੋਟਬੰਦੀ ਕੀਤੀ, ਕਹਿੰਦੇ ਜੀ ਇੰਨਾ ਧਨ ਵਾਪਸ ਆ ਜਾਊਗਾ, ਐ ਹੋ ਜਾਊਗਾ, ਉਹ ਹੋ ਜਾਊਗਾ, ਕੁਝ ਨਹੀਂ ਹੋਇਆ। ਰਿਜ਼ਲਟ ਅਸੀਂ ਆਪਣੇ ਵੱਲ ਤੋਂ ਨਹੀਂ ਕਹਿ ਰਹੇ, ਡਾਟਾ ਕੱਢ ਕੇ ਦੇਖੋ, ਹਨਾ। ਡਾਟਾ ਕੀ ਦੱਸ ਰਿਹਾ? 0.2% ਪੈਸੇ ਰੁਕੇ ਆ, ਬਾਕੀ ਸਾਰੇ ਵਾਪਸ ਆ ਗਏ, ਹਨਾ। ਕੁਝ ਨਹੀਂ ਹੋਇਆ ਉਹਦੇ ਨਾਲ। GST ਲਈ ਕੀ ਹੋਇਆ? ਕਿੱਥੇ ਕਹਾਣੀ ਪਹੁੰਚੀ? GDP ਡਾਊਨ ਗਈ ਆ, ਵਧੀ ਤਾਂ ਹੈ ਨਹੀਂ। ਫਿਰ ਉਸ ਤੋਂ ਬਾਅਦ ਇਹਨਾਂ ਨੇ 370 ਹਟਾ ਦੀ ਜੀ ਉੱਥੋਂ ਕਸ਼ਮੀਰ ਦੇ ਵਿੱਚ। ਗਰਾਊਂਡ ਰਿਐਲਿਟੀ ਹੈ, ਜਿੰਨਾ ਫੌਜ ਦਾ ਖਰਚਾ ਉੱਥੇ ਪਹਿਲਾਂ ਸੀ ਉਸ ਤੋਂ ਦੁੱਗਣਾ ਹੋ ਗਿਆ। ਹੁਣ ਉਹਦਾ ਦੁੱਗਣਾ ਹੋਇਆ। ਉੱਥੇ ਫੌਜੀਆਂ ਦਾ ਬੁਰਾ ਹਾਲ, ਸਾਡੇ ਫੌਜੀਆਂ ਦਾ ਹੋ ਰਿਹਾ। ਫੌਜੀ ਕਿਹਨਾਂ ਦੇ ਨੇ? ਉਹ ਪੁੱਤ ਕਿਹਨਾਂ ਦੇ ਨੇ? ਉਹ ਵੀ ਆਮ ਲੋਕਾਂ ਦੇ ਨੇ, ਕਿਸਾਨਾਂ ਦੇ ਪੁੱਤ ਨੇ। ਅੰਬਾਨੀ ਦਾ ਪੁੱਤ ਕਦੇ ਹੈ ਕਿਸੇ ਫੌਜ ਦੇ ਵਿੱਚ? ਛੱਡੋ ਅੰਬਾਨੀ ਅੰਡਾਨੀ ਨੂੰ, ਇੰਨੀ ਗੱਲ ਕਹਿ ਦਿਓ ਮੇਰੇ ਨਾਮ 8 ਕਿੱਲੇ ਆਉਂਦੇ ਆ, ਮੈਂ 4 ਕਿੱਲੇ ਅੰਬਾਨੀ ਦੇ ਨਾਮ ਲਾਉਂਗਾ, 4 ਲਾਉਂਗਾ ਅੰਡਾਨੀ ਦੇ। ਦੋਨੋਂ ਆਪਣੇ ਆਪਣੇ ਮੁੰਡੇ ਨੂੰ ਇੱਕ ਵਾਰੀ ਫੌਜ ਦੀ ਨੌਕਰੀ ਛੱਡ ਦਿਓ, ਫੌਜ ਦੀ ਟ੍ਰੇਨਿੰਗ ਕਰਾਉਣ। ਟ੍ਰੇਨਿੰਗ ਇਹ ਕਰਾ ਲੈਣ। ਕਰਾਉਂਦਾ ਕੋਈ ਨਹੀਂ ਕਰਵਾਉਂਦਾ। ਕਿੱਥੇ ਆ ਬਾਲਿਆ ਦਾ, ਵਿਜੇ ਮਾਲਿਆ ਦਾ ਮੁੰਡਾ ਹੈ ਫੌਜ ਦੇ ਵਿੱਚ, ਉੱਥੇ ਵੀ ਸਾਡੇ ਆਮ। ਸੋ ਇਹ ਰਿਜ਼ਲਟ ਇਸ ਕਰਕੇ ਆਇਆ। ਅੱਜ ਆਕਸੀਜਨ, ਬਾਕੀ ਗੱਲਾਂ ਛੱਡ ਦਿਓ। ਜਿਹੜੀ ਸਰਕਾਰ ਸਾਹ ਹੀ ਨਹੀਂ ਦੇ ਸਕਦੀ, ਤੁਹਾਨੂੰ ਸਾਹ ਵੀ ਨਹੀਂ ਦੇ ਸਕਦੀ, ਹਨਾ। ਤੈਨੂੰ ਸੱਤਾ ਦੀ ਮੰਜ਼ਲ ਤੇ ਬਿਠਾ ਕੇ
ਮੈਂ ਇੱਕ ਸ਼ੇਅਰ ਲਿਖਿਆ ਸੀ, ਮੈਂ ਤੁਹਾਨੂੰ ਸੁਣਾਉਣਾ ਕਿ ਤੈਨੂੰ ਸੱਤਾਂ ਦੀ ਮੰਜ਼ਲ ਤੇ ਬਿਠਾ ਕੇ ਜਨਤਾ ਵਿਚਾਰੀ ਆ ਅੱਜ ਆਪ ਰਾਹ ਮੰਗਦੀ ਏ। ਮੈਂ ਸੁਣਿਆ ਸ਼ਮਸ਼ਾਨ 'ਚ ਲੱਕੜਾਂ ਮੁੱਕ ਗਈਆਂ, ਚਿਖਾ ਜਲਾਉਣ ਲਈ ਅੱਜ ਘਾਹ ਮੰਗਦੀ ਏ। ਰੋਟੀ ਕੱਪੜਾ ਮਕਾਨ ਤਾਂ ਅਸੀਂ ਆਪੇ ਕਰ ਲਾਂਗੇ, ਓਏ ਸਰਕਾਰੇ ਜਨਤਾ ਤੇਥੋਂ ਬਸ ਅੱਜ ਸਾਹ ਮੰਗਦੀ ਏ। ਜਿਹੜੀ ਸਰਕਾਰ ਸਾਹ ਹੀ ਨਹੀਂ ਦੇ ਸਕੀ ਸਾਨੂੰ, ਉਸ ਤੋਂ ਅਸੀਂ ਹੋਰ ਕੀ ਲਵਾਂਗੇ। ਇਹਨਾਂ ਦੇ ਤਾਂ ਵਿਰੁੱਧ ਵੋਟਾਂ ਛੱਡੋ, ਛਿੱਤਰ ਪੈਣਗੇ ਇਹਨਾਂ ਨੂੰ ਹਲੇ। ਗੱਲ ਤਾਂ ਇਹੀ ਹੈ ਨਾ ਜੀ, ਜੇ ਆਮ ਦਿੱਲੀ ਦਰਬਾਰ ਦੇ ਏਜੰਡੇ ਦੇ ਜੇ ਆਮ ਲੋਕ ਹੋਣ ਤਾਂ ਇਸ ਦੇਸ਼ ਦੀਆਂ ਪਾਲਿਸੀਆਂ ਕੁਝ ਹੋਰ ਹੋਣਗੀਆਂ। ਮੈਂ ਫੇਰ ਕਹਿਣਾ ਵੀ ਅਸੀਂ ਲੋਕਡਾਊਨ ਦਾ ਸਵਾਗਤ ਤਾਂ ਕਰਦੇ ਜੇ ਪਿਛਲੀ ਵਾਰ ਜਦੋਂ ਲੋਕਡਾਊਨ ਲੱਗਿਆ ਸੀ ਸਰਕਾਰ ਇਹਨਾਂ ਨੂੰ ਰਾਸ਼ਨ ਦਿੰਦੀ। ਰਾਸ਼ਨ ਕਿਹਨੇ ਦਿੱਤਾ? NGOs ਨੇ ਦਿੱਤਾ। ਮੈਂ ਆਪ 40 ਦਿਨ ਲੰਗਰ ਦੀ ਸੇਵਾ ਕੀਤੀ ਹੈ। ਸਾਨੂੰ ਸਰਕਾਰ ਵੱਲੋਂ ਜਿਹੜੇ ਚੌਲ ਆਏ ਸੀ ਨਾ, ਉਹ ਕਬੂਤਰਾਂ ਨੂੰ ਪਾਉਣ ਜੋਗੇ ਵੀ ਨਹੀਂ ਸੀ, ਇਨਸਾਨਾਂ ਨੂੰ ਖਿਲਾਉਣ ਦਾ ਬਹੁਤ ਦੂਰ ਦੀ ਗੱਲ ਹੈ। ਆਪ ਨੇ ਇਹਨਾਂ ਨੇ ਦਿੱਤਾ ਕੀ? ਕਿਸੇ ਦੇ ਖਾਤੇ 'ਚ 1 ਰੁਪਿਆ ਨਹੀਂ ਪਾਇਆ। ਲੰਗਰ ਇਹਨਾਂ ਤੋਂ ਨਹੀਂ ਦਿੱਤਾ ਗਿਆ। ਜੇ ਕੋਈ ਪ੍ਰਵਾਸੀ ਮਜ਼ਦੂਰ ਆਪਣੇ ਘਰ ਜਾਣਾ ਚਾਹੁੰਦਾ ਸੀ, ਉਹਨਾਂ ਨੂੰ ਸਾਧਨ ਦਾ ਜਾਣ ਦਾ ਸਾਧਨ ਇਹਨਾਂ ਤੋਂ ਨਹੀਂ ਕਰਵਾ ਹੋਇਆ। ਦਿੱਤਾ ਕੀ ਹੈ? ਤੇ ਲੋਕ ਅੱਜ ਇਹਨਾਂ ਦੀ ਗੱਲ ਕਿਉਂ ਮੰਨਣ? ਸਰਕਾਰ ਦੇ ਅਸੀਂ ਲੋਕਡਾਊਨ ਨੂੰ, ਸਰਕਾਰ ਦੇ ਕਰਫਿਊ ਨੂੰ ਕਿਵੇਂ ਮੰਨ ਲਈਏ? ਠੀਕ ਹੈ, ਕਰੋਨਾ ਨਾਲ ਮਰਨ ਦੇ ਚਾਂਸ ਤਾਂ 2% ਹੈ, ਪਰ ਭੁੱਖਮਰੀ ਨਾਲ ਮਰਨ ਦੇ ਪਰਸੈਂਟੇਜ 100% ਹੈ। ਕਿਵੇਂ ਰੇੜੀ ਉਹਨਾਂ ਬਾਰੇ ਸੋਚਦਾ ਕੌਣ ਹੈ? ਕਿਸੇ ਨੇ ਨਹੀਂ ਸੋਚਿਆ। ਮੈਂ ਕਹਿੰਦਾ ਜੀ ਉਸ ਤੋਂ ਪਹਿਲਾਂ ਹੀ ਟੱਕਰ ਤਾਂ ਅੱਜ ਵੀ ਦਿੱਤੀ ਹੋਈ ਹੈ। ਗੱਲ ਇਹ ਆ ਵੀ ਬਸ ਉਸ ਦਿਨ ਤਾਂ ਅਸੀਂ ਕਹਿ ਲਈਏ ਵੀ ਲੋਹਾ ਹੁਣ ਗਰਮ ਹੋ ਰਿਹਾ, ਉਸ ਦਿਨ ਤਾਂ ਸੱਟ ਮਾਰਨੀ ਹੈ ਤੇ ਐਸੀ ਸੱਟ ਵੱਜੂਗੀ ਇਸ ਸਰਕਾਰ ਦੇ। ਮੈਂ ਤਾਂ ਕਹਿੰਦਾ BJP ਵਾਲਿਓ, ਮੋਦੀ ਨੇ ਤੁਹਾਡੀ ਪਾਰਟੀ ਵੀ ਖਤਮ ਕਰਤੀ, ਤੁਸੀਂ ਉਹ ਰਲ ਕੇ ਹਮਲਾ ਮਾਰ ਲਓ। ਹੁਣ ਅਸੀਂ ਤਾਂ ਵਿਰੋਧ 'ਚ ਖੜੇ ਹੀ ਆ, ਤੁਸੀਂ ਹੁਣ ਵਿਰੋਧ 'ਚ ਹੋ ਜਾਓ। ਤੁਹਾਡੀ ਪਾਰਟੀ ਖਤਮ ਕਰਤੀ, ਖਤਮ ਕਰ ਦੇਣੀ ਇਹਨੇ ਆਉਣ ਵਾਲੇ ਸਮੇਂ ਦੇ ਵਿੱਚ। ਸੋ ਦੇਖੋ, ਅਸੀਂ ਕੋਈ ਵੀ ਪੋਲੀਟੀਕਲ ਪਾਰਟੀ ਨਹੀਂ ਮਾੜੀ ਹੋਇਆ ਕਰਦੀ, ਨਾਮ ਨਾਲ ਕੋਈ ਪਾਰਟੀ ਨਹੀਂ ਮਾੜੀ ਹੋ ਜਾਂਦੀ, ਉਹਦੇ ਲੀਡਰ ਚੰਗੇ ਮਾੜੇ ਹੁੰਦੇ ਆ। ਲੀਡਰ ਚੰਗੇ ਮਾੜੇ ਹੁੰਦੇ ਆ। ਇਹੀ BJP ਸੀ ਕਿ ਕਿਸੇ ਟਾਈਮ ਚੰਗੀ ਵੀ ਸੀ, ਕੋਈ ਕਾਂਗਰਸ ਸੀ ਕਿਸੇ ਟਾਈਮ ਮਾੜੀ ਵੀ ਸੀ, ਅੱਜ ਚੰਗੀ ਵੀ ਹੈ। ਆਮ ਆਦਮੀ ਪਾਰਟੀ ਹੈ, ਕੋਈ ਵੀ ਪਾਰਟੀ ਚੱਕ ਲਈ ਆਪਾਂ, ਹਨਾ। ਮੈਂ ਪਾਰਟੀ ਕਦੇ ਮਾੜੀ ਨਹੀਂ ਹੋਇਆ ਕਰਦੀ, ਪਾਰਟੀ ਦਾ ਨਾਮ ਨਹੀਂ ਮਾੜਾ ਹੁੰਦਾ, ਲੀਡਰ ਚੰਗੇ ਮਾੜੇ ਹੁੰਦੇ ਆ। ਸੋ ਇਹ ਐਸਾ ਲੀਡਰ ਆਇਆ, ਨਾ ਇਹਨੂੰ ਅੱਜ ਜਨਤਾ ਪਸੰਦ ਕਰ ਰਹੀ ਹੈ, ਨਾ ਕੋਈ ਪੋਲੀਟੀਕਲ ਪਾਰਟੀ ਪਸੰਦ ਕਰ ਰਹੀ ਹੈ। ਈਵਨ ਕਿ ਵਰਲਡ ਦੇ ਲੋਕ ਵੀ, ਬਾਹਰਲੀ ਕੰਟਰੀਆਂ ਵਾਲੇ ਅੱਜ ਸਾਨੂੰ ਇੱਥੇ ਫੰਡ ਭੇਜ ਰਹੇ ਆ ਆਕਸੀਜਨ ਲਈ, ਪਰ ਉਹ PM ਫੰਡ ਕੇਅਰ 'ਚ ਨਹੀਂ ਭੇਜ ਰਹੇ, ਉਹ ਸਿੱਧਾ NGOs ਨੂੰ ਭੇਜ ਰਹੇ। ਉਹਨਾਂ ਨੂੰ ਵੀ ਪਤਾ ਹੈ ਕਿ ਚੌਂਕੀਦਾਰ ਹੀ ਚੋਰ ਹੈ, ਗਲੀ ਗਲੀ ਮੇਂ ਸ਼ੋਰ। ਤੇ ਦੋਸਤੋ, ਇਸ ਦੇ ਨਾਲ ਹੀ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਫਿਲਹਾਲ ਇੰਨਾ ਹੀ। ਮਿਲਦੇ ਹਾਂ ਜਲਦ ਹੋਰ ਤਾਜ਼ਾ ਅਪਡੇਟਸ ਦੇ ਨਾਲ। ਬਾਕੀ YouTube ਤੋਂ ਇਲਾਵਾ ਹੋਰ ਪਲ ਪਲ ਦੀਆਂ ਤੇਜ਼ ਖਬਰਾਂ ਦੇ ਲਈ ਤੁਸੀਂ ਸਾਡੇ Instagram ਅਕਾਊਂਟ ਅਤੇ Facebook ਪੇਜ ਨੂੰ ਵੀ ਲਾਈਕ ਫੋਲੋ ਕਰ ਸਕਦੇ ਹੋ, ਕਿਉਂਕਿ ਹੋਰ ਪਲ ਪਲ ਦੀਆਂ ਖਬਰਾਂ ਅਸੀਂ ਤੁਹਾਡੇ ਨਾਲ Instagram ਅਤੇ Facebook ਤੇ ਵੀ ਸਾਂਝੀਆਂ ਕਰਦੇ ਰਹਿੰਦੇ ਹਾਂ। ਸੋ ਦੋਸਤੋ, ਅੱਜ ਦੇ ਇਸ ਅਪਡੇਟ ਵਿੱਚ ਫਿਲਹਾਲ ਇੰਨਾ ਹੀ। ਮਿਲਾਂਗੇ ਜਲਦ ਹੋਰ ਤਾਜ਼ਾ ਅਪਡੇਟਸ ਦੇ ਨਾਲ। ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੇ ਅਪਡੇਟਸ, ਕਿਸਾਨੀ ਸੰਘਰਸ਼ ਨਾਲ ਜੁੜੀਆਂ ਤਾਜ਼ਾ ਖਬਰਾਂ ਤੇ ਹੋਰ ਸੋਸ਼ਲ ਨਿਊਜ਼ ਸਭ ਤੋਂ ਪਹਿਲਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਤੁਹਾਡੇ ਹੀ ਆਪਣੇ ਚੈਨਲ ਅਨਲਿਮਟਿਡ ਗਿਆਨ ਤੇ ਸਵੈਗ ਪੰਜਾਬ TV, ਅਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਨੋਟੀਫਿਕੇਸ਼ਨ ਬੈਲ ਤੇ ਕਲਿੱਕ ਕਰਕੇ ਆਲ ਤੇ ਜ਼ਰੂਰ ਸਿਲੈਕਟ ਕਰ ਲੈਣਾ, ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ। ਤੇ ਨਾਲ ਹੀ ਸਾਨੂੰ Facebook ਅਤੇ Instagram ਤੇ ਵੀ ਜ਼ਰੂਰ ਲਾਈਕ ਫੋਲੋ ਕਰ ਲੈਣਾ, ਤਾਂ ਕਿ ਹਰ ਤੇਜ਼ ਖਬਰ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ। ਸੋ ਦੋਸਤੋ, ਹੁਣ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ, ਮਿਲਾਂਗੇ ਜਲਦ। ਥੈਂਕ ਯੂ, ਧੰਨਵਾਦ, ਟੇਕ ਕੇਅਰ।